ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਜਹ ਪਠਾਵੋ ਤਹਿ ਤਹਿ ਜਾਈ, ਜੋ ਤੁਮ ਦੇਹੁ ਸੋਈ ਸੁਖ ਪਾਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਲੜੀਵਾਰ ਕਥਾ ਵਿਚਾਰ ਪਾਵਨ ਅੰਗ 386 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਆਸਾ ਰਾਗ ਦੇ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ ਕਰਕੇ ਨਿਹਾਲ ਕਰ ਰਹੇ ਹਨ। ਆਓ ਪਾਵਨ ਵਿਚਾਰ ਦੇ ਨਾਲ ਜੁੜਨਾ ਕਰੀਏ। ਹੇ ਪਰਮੇਸ਼ਰ, ਜਹਾਂ ਪਠਾਵੋ, ਜਿਸ ਥਾਂ ਤੁਸੀਂ ਸਾਨੂੰ ਪਠਾਵੋ ਹੁੰਦਾ ਭੇਜਦੇ ਹੋ, ਤਹਿ ਤਹਿ ਜਾਈ, ਉੱਥੇ ਉੱਥੇ ਹੀ ਅਸੀਂ ਜਾਂਦੇ ਹਾਂ। ਜੋ ਤੁਮ ਦੇਹੁ ਸੋਈ ਸੁਖ ਪਾਈ, ਸੋ ਜਿਹੜਾ ਵੀ ਕੋਈ ਸਾਨੂੰ ਤੁਸੀਂ ਦੇਹੋ ਬਖਸ਼ਦੇ ਹੋ, ਅਸੀਂ ਉਸੇ ਨੂੰ ਹੀ ਸੁਖ ਜਾਣ ਕੇ ਪ੍ਰਾਪਤ ਕਰਦੇ ਹਾਂ। ਸਦਾ ਚੇਰੇ ਗੋਵਿੰਦ ਗੋਸਾਈ, ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਉ। ਹੇ ਗੋਸਾਈ ਪ੍ਰਿਥਵੀ ਦੇ ਮਾਲਕ ਗੋਵਿੰਦ ਪਰਮੇਸ਼ਰ, ਅਸੀਂ ਹਮੇਸ਼ਾ ਆਪ ਜੀ ਦੇ ਚੇਰੇ ਕਹੀਏ ਦਾਸ ਹਾਂ। ਤੁਹਾਡੀ ਕਿਰਪਾ ਮਿਹਰ ਤੋਂ ਹੀ ਅਸੀਂ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਕਹੀਏ ਰੱਜ ਗਏ ਹਾਂ, ਅਤੇ ਸਵਰਗ ਲੋਕ ਬ੍ਰਹਮ ਲੋਕ ਇਤਿਆਦਿ ਦੇ ਪਦਾਰਥਾਂ ਵੱਲੋਂ ਵੀ ਰੱਜੇ ਹਾਂ। ਆਤਮ ਤ੍ਰਿਪਤੀ ਕਰਕੇ ਅਗਾਈ ਰੱਜ ਗਏ ਹਾਂ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਤੁਮਰਾ ਦੀਆ ਪਹਿਨੋ ਖਾਈ, ਤਉ ਪ੍ਰਸਾਦ ਪ੍ਰਭ ਸੁਖੀ ਵਲਾਈ। ਹੇ ਮਹਾਰਾਜ, ਤੁਹਾਡਾ ਹੀ ਦਿੱਤਾ ਹੋਇਆ ਵਸਤਰ ਪਹਿਨਦੇ ਹਾਂ ਅਤੇ ਤੁਹਾਡਾ ਦਿੱਤਾ ਹੋਇਆ ਹੀ ਭੋਜਨ ਖਾਂਦੇ ਹਾਂ। ਹੇ ਪ੍ਰਭੂ, ਤੁਹਾਡੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਅਸੀਂ ਆਪਣੀ ਅਵਸਥਾ ਆਨੰਦਮਈ ਵਲਾਈ ਹੁੰਦਾ ਗੁਜ਼ਾਰਦੇ ਹਾਂ। ਸੁਖ ਸਰੂਪ ਵਿੱਚ ਵਲਾਈ ਹੁੰਦਾ ਸਥਿਤ ਰਹਿੰਦੇ ਹਾਂ। ਮਨ ਤਨ ਅੰਤਰ ਤੁਝੈ ਧਿਆਈ, ਤੁਮਰੈ ਲਵੈ ਨ ਕੋ ਲਾਈ। ਹੇ ਮਹਾਰਾਜ, ਅਸੀਂ ਮਨ ਹਿਰਦੇ ਅਤੇ ਤਨ ਸਰੀਰ ਦੇ ਅੰਦਰ ਭਾਵ ਰੋਮ ਰੋਮ ਕਰਕੇ ਤੇਰੇ ਤਾਈਂ ਹੀ ਧਿਆਉਣਾ ਕਰਦੇ ਹਾਂ। ਤੁਹਾਡੇ ਲਵੈ ਸਦਰਸ਼ ਕਿਸੇ ਨੂੰ ਵੀ ਲਾਈ ਲਾਉਣਾ ਕਰੀਏ, ਭਾਵ ਕਿਸ ਨੂੰ ਲਾਈਏ? ਆਪ ਜੀ ਦੇ ਬਰਾਬਰ ਕੋਈ ਹੈ ਹੀ ਨਹੀਂ। ਕਹੁ ਨਾਨਕ ਨਿਤ ਇਵੈ ਧਿਆਈ, ਗਤ ਹੋਵੈ ਸੰਤਹਿ ਲਗ ਪਾਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤੁਹਾਨੂੰ ਇਸ ਪ੍ਰਕਾਰ ਨਿਤਾ ਬ੍ਰਤ ਹੀ ਧਿਆਉਣਾ ਕਰੀਏ। ਹੇ ਮਹਾਰਾਜ, ਆਪ ਜੀ ਦੇ ਸ਼ਾਂਤ ਚਿੱਤ ਮਹਾਤਮਾ ਦੇ ਪਾਈ ਕੀਏ ਚਰਨੀ ਲੱਗਣ ਕਰਕੇ ਗਤ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਆਸਾ ਮਹੱਲਾ ਪੰਜਵਾ। ਸਤਿਗੁਰੂ ਸਾਹਿਬ ਜੀ ਇਸ ਪਾਵਨ ਸ਼ਬਦ ਵਿੱਚ ਸਾਸ ਗਿਰਾਸ ਨਾਮ ਜਪਣ ਲਈ ਪਾਵਨ ਉਪਦੇਸ਼ ਬਖਸ਼ ਰਹੇ ਹਨ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਗਾਈਐ। ਹੇ ਭਾਈ, ਉੱਠਦਿਆਂ ਬੈਠਦਿਆਂ ਸੌਣ ਲੱਗਿਆਂ ਹਰ ਸਮੇਂ ਪਰਮੇਸ਼ਰ ਨੂੰ ਧਿਆਉਣਾ ਕਰੀਏ। ਉੱਠਦਿਆਂ ਭਾਵ ਸੰਸਾਰ ਤੋਂ ਉਪਰਾਮ ਹੁੰਦਿਆਂ ਇਕਾਗਰਤਾ ਜਾਂ ਸਮਾਧੀ ਵਿੱਚ ਬੈਠਤ ਸਥਿਤ ਹੁੰਦਿਆਂ ਅਤੇ ਨਿਰਵਿਕਲਪ ਸਮਾਧੀ ਵਿੱਚ ਸੁੱਤੇ ਹੋਇਆਂ ਸਦਾ ਹੀ ਪਰਮੇਸ਼ਰ ਨੂੰ ਧਿਆਉਣਾ ਕਰੀਏ। ਮਾਰਗ ਰਸਤੇ ਵਿੱਚ ਚੱਲਦਿਆਂ ਹੋਇਆਂ ਵੀ ਹਰੇ ਹਰ ਹਰੀ ਪਰਮੇਸ਼ਰ ਦੇ ਗੁਣਾ ਨਾਮ ਨੂੰ ਗਾਉਣਾ ਕਰੀਏ। ਸਰਵਨ ਸੁਨੀਜੈ ਅੰਮ੍ਰਿਤ ਕਥਾ। ਹੇ ਭਾਈ, ਆਪਣੇ ਸ਼ਰਵਣ ਕੰਨਾਂ ਨਾਲ ਅਮਰ ਕਰਨ ਵਾਲੀ ਪਰਮੇਸ਼ਰ ਦੇ ਸਰੂਪ ਲਖਣ ਤੇ ਤਟਸਥੀ ਲਖਣ ਵਾਲੀ ਕਥਾ ਨੂੰ ਸੁਣਨਾ ਕਰੀਏ। ਜਾਸ ਸੁਨੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲੱਥਾ। ਰਹਾਉ ਜਾਸ ਕਹੀਏ ਜਿਸ ਸੁਖ ਦੇਣ ਵਾਲੀ ਕਥਾ ਦੇ ਸ਼ਰਵਣ ਕਰਕੇ ਮਨ ਹਿਰਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਅਤੇ ਜੰਮਣ ਮਰਨ ਦੇ ਦੁੱਖ ਤੇ ਹੰਕਾਰ ਆਦਿਕ ਮਨ ਦੇ ਰੋਗ ਸਾਰੇ ਹੀ ਲੱਥਾ ਕੀਏ ਲੈ ਜਾਂਦੇ ਹਨ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਕਾਰਜ ਕਾਮ ਬਾਟ ਘਾਟ ਜਪੀਜੈ,
ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ। ਦੁਨੀਆਦਾਰੀ ਦੇ ਵਿਆਹ ਮੰਗਣੇ ਆਦਿਕ ਕਾਰਜ ਵਿਹਾਰ ਆਦਿਕ ਕੰਮ ਹੋਣ, ਬਾਟ ਰਸਤੇ ਉੱਪਰ ਤੁਰਨਾ ਹੋਵੇ, ਘਾਟ ਪਾਣੀ ਆਦਿ ਦੇ ਕਿਨਾਰੇ ਤੁਰਨਾ ਹੋਵੇ, ਹਰ ਵੇਲੇ ਹੀ ਪਰਮੇਸ਼ਰ ਦਾ ਨਾਮ ਜਪੀਜੈ ਕੀਏ, ਜਪਣਾ ਕਰੀਏ। ਸੋ ਬ੍ਰਹਮ ਗਿਆਨ ਰੂਪੀ ਕਾਰਜ ਵਾਸਤੇ, ਸੰਸਾਰਿਕ ਕਾਮਨਾਵਾਂ ਪੂਰੀਆਂ ਕਰਨ ਵਾਸਤੇ, ਇੰਦਰੀਆਂ ਰੂਪੀ ਬਾਟ ਦਾ ਦਮਨ ਕਰਨ ਲਈ ਅੰਤਸ਼ਕਰਨ ਰੂਪੀ ਘਾਟ ਵਿੱਚ ਬਿਰਤੀ ਸਥਿਤ ਕਰਕੇ ਜਪਣਾ ਕਰੀਏ। ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ। ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਹਰੀ ਦੇ ਅੰਮ੍ਰਿਤ ਕਰਨ ਵਾਲੇ ਨਾਮ ਰਸ ਨੂੰ ਪੀਣਾ ਕਰੀਏ। ਦਿਨ ਸਰੈਨ ਹਰ ਕੀਰਤਨ ਗਾਈਐ, ਸੋ ਜਨ ਜਮ ਕੀ ਵਾਟ ਨਾ ਪਾਈਐ। ਹੇ ਭਾਈ, ਜਿਹੜੇ ਦਿਨ ਅਤੇ ਰੈਨ ਰਾਤ ਸਦਾ ਪਰਮੇਸ਼ਰ ਦਾ ਕੀਰਤਨ ਜਸ ਗਾਉਂਦੇ ਹਨ, ਉਹ ਜਨ ਪੁਰਸ਼ ਜਮਦੂਤਾਂ ਦੀ ਵਾਟ ਨੂੰ ਨਹੀਂ ਪਾਉਂਦੇ। ਆਠ ਪਹਿਰ ਜਿਸ ਵਿਸਰਹਿ ਨਾਹੀ, ਗਤ ਹੋਵੈ ਨਾਨਕ ਤਿਸ ਲਗ ਪਾਈ। ਹੇ ਭਾਈ, ਜਿਸ ਨੂੰ ਪਰਮੇਸ਼ਰ ਅੱਠੇ ਪਹਿਰ ਭੁੱਲਦਾ ਨਹੀਂ, ਵਿਸਰਦਾ ਨਹੀਂ ਹੈ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਸ ਪਰਮੇਸ਼ਰ ਦੇ ਮਾਫ ਕਰਨਾ, ਉਸ ਪੁਰਸ਼ ਦੇ ਚਰਨੀ ਲੱਗਣ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਆਸਾ ਮਹੱਲਾ ਪੰਜਵਾ। ਜਾ ਕੈ ਸਿਮਰਨ ਸੂਖ ਨਿਵਾਸ, ਭਈ ਕਲਿਆਣ ਦੁਖ ਹੋਵਤ ਨਾਸ। ਹੇ ਭਾਈ, ਜਿਨ੍ਹਾਂ ਦੇ ਸਿਮਰਨ ਯਾਦ ਕਰਨ ਨਾਲ ਸੁਖ ਸਰੂਪ ਵਿੱਚ ਵਾਸਾ ਹੁੰਦਾ ਹੈ ਅਤੇ ਕਲਿਆਣ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਜੰਮਣ ਮਰਨ ਦੇ ਦੁੱਖ ਕਸ਼ਟ ਨਿਵਰਤ ਹੋ ਜਾਂਦੇ ਹਨ। ਆਨੰਦ ਕਰਹੁ ਪ੍ਰਭ ਕੀ ਗੁਣ ਗਾਵਹੁ, ਸਤਿਗੁਰ ਆਪਣਾ ਸਦ ਸਦਾ ਮਨਾਵਹੁ ਰਹਾਉ। ਹੇ ਭਾਈ, ਪ੍ਰਭੂ ਪਰਮੇਸ਼ਰ ਦੇ ਗੁਣਾਂ ਤਾਈਂ ਗਾ ਕਰਕੇ ਆਨੰਦ ਮਾਨਣਾ ਕਰੋ। ਆਪ ਦੇ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਜਾਣ ਕੇ ਹਮੇਸ਼ਾ ਹਮੇਸ਼ਾ ਹੀ ਮਨਾਉਣਾ ਕਰੋ। ਰਹਾਉ। ਸਤਿਗੁਰ ਕਾ ਸੱਚ ਸ਼ਬਦ ਕਮਾਵਹੁ, ਥਿਰ ਘਰ ਬੈਠੇ ਪ੍ਰਭ ਆਪਣਾ ਪਾਵਹੁ। ਹੇ ਭਾਈ, ਜੋ ਸਤਿਗੁਰੂ ਸੱਚੇ ਗੁਰਾਂ ਦਾ ਸੱਚ ਸੱਚਾ ਸ਼ਬਦ ਉਪਦੇਸ਼ ਹੈ, ਉਸ ਨੂੰ ਕਮਾਉਣਾ ਕਰੋ ਅਤੇ ਆਪਣੇ ਹਿਰਦੇ ਰੂਪੀ ਘਰ ਵਿੱਚ ਸਥਿਤ ਹੋ ਕੇ ਬੈਠਣਾ ਕਰੋ। ਸਾਧ ਸੰਗਤ ਰੂਪ ਘਰ ਵਿੱਚ ਜਾਂ ਤੁਰਿਆ ਪਦ ਰੂਪੀ ਘਰ ਵਿੱਚ ਬੈਠਣਾ ਕਰੋ, ਤਾਂ ਆਪ ਦੇ ਪ੍ਰਭੂ ਪਰਮੇਸ਼ਰ ਨੂੰ ਪਾ ਲਵੋਗੇ। ਪਰ ਕਾ ਬੁਰਾ ਨ ਰਾਖੋ ਚੀਤ, ਤੁਮ ਕਉ ਦੁਖ ਨਹੀਂ ਭਾਈ ਮੀਤ। ਹੇ ਭਾਈ, ਪਰਾਇਆਂ ਦਾ ਬੁਰਾ ਮੰਦਾ ਚਿਤਵੜਾ ਆਪਣੇ ਚਿੱਤ ਵਿੱਚ ਨਾ ਰੱਖਣਾ ਕਰੋ। ਹੇ ਮੇਰੇ ਭਾਈ ਭਰਾਵੋ, ਮੀਤ ਸੱਜਣ ਜਨੋ, ਫਿਰ ਲੋਕ ਪ੍ਰਲੋਕ ਵਿੱਚ ਤੁਹਾਡੇ ਤਾਈਂ ਕੋਈ ਵੀ ਦੁੱਖ ਕਸ਼ਟ ਨਹੀਂ ਲੱਗੇਗਾ। ਹਰ ਹਰ ਤੰਤ ਮੰਤ ਗੁਰ ਦੀਨਾ, ਇਹ ਸੁਖ ਨਾਨਕ ਅਨਦਿਨ ਚੀਨਾ। ਹੇ ਭਾਈ, ਸਾਨੂੰ ਤਾਂ ਸਤਿਗੁਰੂ ਸਾਹਿਬ ਜੀ ਨੇ ਹਰੀ ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਹੀ ਤੰਤ ਤੰਤਰ ਅਤੇ ਮੰਤ ਮੰਤਰ ਦੇਣਾ ਕੀਤਾ ਹੈ। ਤੰਤ ਕਹੀਏ ਤਤ ਸਿਧਾਂਤ ਦੇ ਜਾਣਨ ਵਾਲਾ, ਮੰਤ ਕਹੀਏ ਨਾਮ ਸਤਿਗੁਰਾਂ ਨੇ ਦੇਣਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਵਾਹਿਗੁਰੂ, ਨਾਮ ਦਾ ਸਿਮਰਨ ਕਰਨਾ ਹੈ, ਇਹ ਅਸੀਂ ਰਾਤ ਦਿਨ ਆਨੰਦ ਚੀਨਾ ਜਾਣਿਆ ਹੈ। ਆਸਾ ਮਹੱਲਾ ਪੰਜਵਾ। ਜਿਸ ਨੀਚ ਕੋ ਕੋਈ ਨ ਜਾਣੈ, ਨਾਮ ਜਪਤ ਉਹ ਚਹੁ ਕੁੰਟ ਮਾਨੈ। ਹੇ ਭਾਈ, ਜਿਸ ਨੀਵੀਂ ਜਾਤ ਵਾਲੇ ਨੂੰ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਜਾਣਦਾ ਸੀ, ਉਹ ਪਰਮੇਸ਼ਰ ਦੇ ਨਾਮ ਨੂੰ ਆਰਾਧਨੇ ਕਰਕੇ ਚਾਰੇ ਕੁੰਡਾਂ ਭਾਵ ਚਾਰੇ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਵਿੱਚ ਮੰਨਿਆ ਗਿਆ, ਭਾਵ ਚਾਰੇ ਪਾਸੇ ਉਸ ਦਾ ਜਸ ਫੈਲ ਜਾਂਦਾ ਹੈ। ਦਰਸ਼ਨ ਮਾਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨ ਤਾਰੇ। ਰਹਾਉ। ਹੇ ਪਿਆਰੇ, ਪਰਮੇਸ਼ਰ, ਮੈਂ ਆਪ ਜੀ ਦੇ ਦਰਸ਼ਨ ਦੀਦਾਰ ਕਰਨੇ ਮੰਗਦਾ ਹਾਂ। ਆਪ ਜੀ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦੇਣਾ ਕਰੋ। ਤੁਹਾਡੀ ਭਗਤੀ ਰੂਪ ਸੇਵਾ ਟਹਿਲ ਦੇ, ਭਾਵ ਕੌਣ ਕੌਣ ਕਿਹੜੇ ਕਿਹੜੇ ਨਹੀਂ ਤਾਰਨਾ ਕੀਤੇ, ਭਾਵ ਸਾਰਿਆਂ ਨੂੰ ਹੀ ਤਾਰ ਦਿੱਤਾ ਹੈ। ਰਹਾਉ।
ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜਾ ਕੈ ਨਿਕਟ ਨ ਆਵੈ ਕੋਈ, ਸਗਲ ਸ੍ਰਿਸ਼ਟ ਓਆ ਕੇ ਚਰਨ ਮਲ ਧੋਈ। ਜਿਨ੍ਹਾਂ ਪੁਰਖਾਂ ਦੇ ਕੋਈ ਨੇੜੇ ਵੀ ਨਹੀਂ ਆਉਂਦਾ ਸੀ, ਪਰੰਤੂ ਨਾਮ ਦੇ ਜਪਣ ਕਰਕੇ ਸਾਰੀ ਸ੍ਰਿਸ਼ਟੀ ਹੀ ਉਹਨਾਂ ਦੇ ਚਰਨ ਮਲ ਮਲ ਕੇ ਧੋਂਦੀ ਹੈ। ਜਦੋਂ ਸਤਿਗੁਰੂ ਜੀ ਸੰਸਾਰ ਦੀ ਕਲਿਆਣ ਕਰਦੇ ਹੋਏ ਭਾਈ ਬਾਲੇ ਤੇ ਭਾਈ ਮਰਦਾਨੇ ਦੇ ਸਮੇਤ ਦੀਪਾਲਪੁਰ ਨਗਰ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਪਹੁੰਚੇ। ਉਸ ਨਗਰ ਵਿੱਚ ਜਿੱਥੇ ਸਤਿਗੁਰੂ ਜੀ ਬੈਠਣ, ਉੱਥੇ ਮੰਦੀ ਮੱਤ ਵਾਲੇ ਲੋਕ ਸਤਿਗੁਰਾਂ ਨੂੰ ਉਠਾ ਦਿੰਦੇ ਤੇ ਮੰਦੇ ਬਚਨ ਬੋਲਦੇ। ਜਦੋਂ ਲੋਕਾਂ ਨੇ ਪਿੰਡ ਦੇ ਨੇੜੇ ਕਿਤੇ ਵੀ ਬੈਠਣ ਨਾ ਦਿੱਤਾ ਤਾਂ ਸਤਿਗੁਰੂ ਜੀ ਨਗਰ ਤੋਂ ਬਾਹਰ ਖੇਤਾਂ ਵੱਲ ਤੁਰ ਪਏ। ਤਾਂ ਇੱਕ ਸੁੱਕਾ ਪਿੱਪਲ ਤੇ ਇੱਕ ਕੁੱਲੀ ਨਜ਼ਰ ਆਈ। ਉਸ ਪਿੱਪਲ ਦੇ ਹੇਠਾਂ ਸਤਿਗੁਰਾਂ ਨੇ ਡੇਰਾ ਕੀਤਾ। ਗੁਰੂ ਪਾਤਸ਼ਾਹ ਜੀ ਦੇ ਚਰਨ ਪੈਣ ਕਰਕੇ ਇਸ ਪਿੱਪਲ ਦੇ ਭਾਗ ਜਾਗੇ ਤੇ ਛਿਨ ਵਿੱਚ ਹੀ ਹਰਾ ਭਰਾ ਹੋ ਗਿਆ। ਇਸ ਪਿੱਪਲ ਦੇ ਨੇੜੇ ਜੋ ਕੁੱਲੀ ਸੀ, ਉਸ ਵਿੱਚੋਂ ਬੜੀ ਦੁੱਖ ਭਰੀ ਹਾਏ ਹਾਏ ਦੀ ਆਵਾਜ਼ ਆ ਰਹੀ ਸੀ, ਜਿਸ ਨੂੰ ਸੁਣ ਕੇ ਸਤਿਗੁਰੂ ਜੀ ਉਸ ਕੁੱਲੀ ਵੱਲ ਤੁਰ ਪਏ। ਇਸ ਕੁੱਲੀ ਵਿੱਚ ਨੂਰੀ ਨੌਰੰਗਾ ਨਾਮ ਦਾ ਫਕੀਰ ਰਹਿੰਦਾ ਸੀ, ਜਿਸ ਨੂੰ ਕੋਹੜ ਹੋਣ ਕਰਕੇ ਲੋਕੀ ਨੂਰਾ ਕੋਹੜੀ ਕਹਿ ਕੇ ਘਿਰਨਾ ਨਾਲ ਪੁਕਾਰਦੇ ਸਨ। ਇਸ ਦੇ ਸਰੀਰ ਵਿੱਚੋਂ ਲਹੂ ਪੀਕ ਹਮੇਸ਼ਾ ਵਗਦੀ ਰਹਿੰਦੀ। ਸਤਿਗੁਰੂ ਜੀ ਇਸ ਕੁੱਲੀ ਦੇ ਦਰਵਾਜ਼ੇ 'ਤੇ ਜਾ ਪਹੁੰਚੇ ਤਾਂ ਖੜਾਕ ਸੁਣ ਕੇ ਫਕੀਰ ਬਾਹਰ ਆਇਆ ਤੇ ਦੂਰੋਂ ਨਮਸਕਾਰ ਕੀਤੀ। ਸਤਿਗੁਰਾਂ ਦੇ ਦਰਸ਼ਨ ਕਰਦੇ ਹੀ ਫਕੀਰ ਦੀ ਪੀੜਾ ਦੂਰ ਹੋ ਗਈ ਤੇ ਮਨ ਨੂੰ ਕੋਈ ਸ਼ਾਂਤੀ ਆਈ। ਫਕੀਰ ਹੱਥ ਜੋੜ ਕੇ ਕਹਿਣ ਲੱਗਾ ਕਿ ਹੇ ਦਇਆ ਨਿਧ, ਮੇਰੇ ਨੇੜੇ ਤਾਂ ਕੋਈ ਜਾਨਵਰ ਵੀ ਨਹੀਂ ਆਉਂਦਾ, ਫਿਰ ਤੁਸੀਂ ਕਿਸ ਪ੍ਰਕਾਰ ਮੇਰੇ ਕੋਲ ਆਏ ਹੋ। ਸ੍ਰੀ ਨਾਨਕ ਪ੍ਰਕਾਸ਼ ਉਤਰਾਰਧ ਦੇ ਅਧਿਆਏ 25ਵੇਂ ਵਿੱਚ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਕਹਿ ਫਕੀਰ ਬੰਦ ਕਰ ਦਊ, ਮੋਰ ਸਮੀਪ ਨ ਆਵਤ ਕੋਊ, ਖਗ ਭਾਗੈ ਪਿਖ ਗਿਣਤੀ ਕਿਆ ਨਰ, ਤੁਮ ਆਏ ਮੋਹ ਪਰ ਕਰਣਾ ਕਰ। ਇਉਂ ਜਿਤਨੀ ਦੇਰ ਤੱਕ ਸੂਰਜ ਦੀ ਲੋ ਨਾਲ ਸਤਿਗੁਰਾਂ ਦਾ ਦਰਸ਼ਨ ਹੁੰਦਾ ਰਿਹਾ, ਉਤਨੀ ਦੇਰ ਤੱਕ ਪੀੜਾ ਤੋਂ ਆਰਾਮ ਰਿਹਾ। ਜਦੋਂ ਰਾਤ ਦੇ ਹਨੇਰੇ ਕਾਰਨ ਦਰਸ਼ਨ ਹੋਣੇ ਬੰਦ ਹੋ ਗਏ ਤਾਂ ਪੀੜਾ ਫੇਰ ਵਧਣੀ ਸ਼ੁਰੂ ਹੋ ਗਈ, ਜਿਸ ਕਰਕੇ ਬੇਵੱਸ ਹੋ ਗਿਆ ਤੇ ਹਾਏ ਹਾਏ ਦਾ ਵਿਰਲਾਪ ਕਰਨ ਲੱਗਾ। ਇਸ ਦੇ ਕਸ਼ਟ ਨੂੰ ਦੂਰ ਕਰਨ ਵਾਸਤੇ ਅੱਧੀ ਰਾਤ ਤੋਂ ਬਾਅਦ ਸਤਿਗੁਰਾਂ ਨੇ ਕਿਹਾ ਕਿ ਮਰਦਾਨਿਆਂ, ਰਬਾਬ ਸੁਰ ਕਰ, ਬਾਣੀ ਆਈ ਹੈ। ਤਾਂ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ, ਜੋ ਕਿ ਧਨਾਸਰੀ ਰਾਗ ਵਿੱਚ ਪਾਵਨ ਅੰਗ 661 ਤੇ ਸੁਭਾਏਮਾਨ ਹੈ, ਇਹ ਉਚਾਰਿਆ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਹ ਬਚਨ ਕਹਿਣ ਨਾਲ ਸਤਿਗੁਰਾਂ ਨੇ ਉਸ ਦਾ ਕੋਹੜ ਮੇੜ ਦਿੱਤਾ ਤੇ ਉਹ ਫਕੀਰ ਰਾਜੀ ਹੋ ਗਿਆ। ਪਿੱਪਲ ਹਰਾ ਹੋਣਾ ਅਤੇ ਕੋਹੜੀ ਫਕੀਰ ਦੇ ਕੋਹੜ ਦੀ ਨਿਵਰਤੀ ਦਾ ਪਤਾ ਜਦੋਂ ਨਗਰ ਵਾਸੀਆਂ ਨੂੰ ਲੱਗਿਆ ਤਾਂ ਉਹ ਆਪਣੀ ਭੁੱਲ ਬਖਸ਼ਾਉਣ ਲਈ ਸਤਿਗੁਰਾਂ ਦੇ ਚਰਨੀ ਆ ਪਏ ਅਤੇ ਆਪਣੀ ਭੁੱਲ ਬਖਸ਼ਾਈ। ਫਿਰ ਗੁਰੂ ਜੀ ਨੇ ਕਿਹਾ ਕਿ ਇਸ ਥਾਂ ਧਰਮਸ਼ਾਲਾ ਬਣਾਓ। ਇਸ ਫਕੀਰ ਨੂੰ ਧਰਮਸ਼ਾਲਾ ਦਾ ਮੁਖੀ ਸਮਝ ਕੇ ਇਸ ਕੋਲੋਂ ਉਪਦੇਸ਼ ਲਿਆ ਕਰੋ। ਇਉਂ ਸਤਿਗੁਰਾਂ ਨੇ ਇੱਕ ਕੋਹੜੀ ਦਾ ਕੋਹੜ ਦੂਰ ਕਰਕੇ ਉਸ ਨੂੰ ਲੋਕਾਂ ਦੇ ਪੂਜਣ ਯੋਗ ਬਣਾ ਦਿੱਤਾ। ਇਉਂ ਸਾਰੇ ਉਸ ਦੇ ਚਰਨ ਪੂਜਣ ਵਾਲੇ ਹੋ ਗਏ, ਜਿਸ ਦੇ ਕੋਲ ਕੋਈ ਨਹੀਂ ਸੀ ਆਉਂਦਾ। ਜੋ ਪ੍ਰਾਨੀ ਕਾਹੂ ਨ ਆਵਤ ਕਾਮ, ਸੰਤ ਪ੍ਰਸਾਦ ਤਾਕੋ ਜਪੀਐ ਨਾਮ। ਜਿਹੜੇ ਪ੍ਰਾਣੀ ਪ੍ਰਾਣਾਧਾਰੀ ਜੀਵ ਕਿਸੇ ਵੀ ਕੰਮ ਨਹੀਂ ਸੀ ਆਉਂਦੇ, ਭਾਵ ਜਿਨ੍ਹਾਂ ਨੂੰ ਨਿਕੰਮੇ ਸਮਝਿਆ ਜਾਂਦਾ ਸੀ, ਸ਼ਾਂਤ ਚਿੱਤ ਮਹਾਂਪੁਰਖਾਂ ਦੀ ਪ੍ਰਸਾਦ ਕਿਰਪਾ ਕਰਕੇ ਦੁਨੀਆ ਵਿੱਚ ਉਹਨਾਂ ਦਾ ਨਾਮ ਜਪਿਆ ਜਾਂਦਾ ਹੈ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਹੇ ਭਾਈ, ਜਦੋਂ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਅਵਿਦਿਆ ਰੂਪੀ ਨੀਂਦ ਵਿੱਚ ਸੁੱਤਾ ਹੋਇਆ ਹਿਰਦਾ ਗਿਆਨ ਅਵਸਥਾ ਵਿੱਚ ਜਾਗਦਾ ਹੈ, ਸਤਿਗੁਰੂ ਜੀ ਕਥਨ ਕਰਦੇ ਹਨ, ਤਦੋਂ ਪਰਮੇਸ਼ਰ ਦਾ ਨਾਮ ਮੀਠੇ ਪਿਆਰਾ ਲੱਗਦਾ ਹੈ। ਆਸਾ ਮਹੱਲਾ ਪੰਜਵਾ। ਏਕੋ ਏਕੀ ਨੈਣ ਨਿਹਾਰੋ,
ਸਦਾ ਸਦਾ ਹਰ ਨਾਮ ਸੰਭਾਰੋ। ਹੇ ਭਾਈ, ਏਕੋ ਕਹੀਏ ਇੱਕ ਵਾਹਿਗੁਰੂ ਸਰਗੁਣ ਸਰੂਪ ਹੈ। ਏਕ ਹੀ ਕਹੀਏ ਇੱਕ ਹੀ ਵਾਹਿਗੁਰੂ ਨਿਰਗੁਣ ਸਰੂਪ ਹੈ। ਉਸ ਨੂੰ ਮਦ ਮਨ ਬੁੱਧ ਰੂਪੀ ਨੇਤਰਾਂ ਨਾਲ ਦੇਖਣਾ ਕਰੋ। ਇੱਕੋ ਇਸ ਲੋਕ ਵਿੱਚ ਹੈ, ਇੱਕੋ ਹੀ ਪਰਲੋਕ ਵਿੱਚ ਹੈ, ਜਾਂ ਇੱਕੋ ਇਸ ਮਨ ਵਿੱਚ ਹੈ, ਇੱਕੋ ਹੀ ਸੰਸਾਰ ਵਿੱਚ ਵਿਆਪਕ ਹੈ। ਉਸ ਨੂੰ ਵਿਵੇਕ ਵਿਰਾਗ ਜਾਂ ਪਰੋਖ ਅਪਰੋਖ ਗਿਆਨ ਰੂਪੀ ਨੇਤਰਾਂ ਨਾਲ ਦੇਖਣਾ ਕਰੋ। ਹਮੇਸ਼ਾ ਹਮੇਸ਼ਾ ਪਰਮੇਸ਼ਰ ਦੇ ਨਾਮ ਨੂੰ ਹੀ ਸਮਾਰੋ ਕਹੀਏ ਯਾਦ ਕਰੋ। ਰਾਮ ਰਾਮਾ ਰਾਮਾ ਗੁਣ ਗਾਵੋ। ਰਾਮਾ ਹੀ ਭਾਈ ਰਮੇ ਹੋਏ ਰਾਮਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ। ਸੰਤ ਪ੍ਰਸਾਦ ਸਾਧ ਕੈ ਸੰਗੇ, ਹਰ ਹਰ ਨਾਮ ਧਿਆਵੋ ਰੇ ਰਹਾਉ। ਹੇ ਭਾਈ, ਜੋ ਸ਼ਾਂਤ ਚਿੱਤ ਪ੍ਰਤਾਪ ਤੇਜ ਪ੍ਰਤਾਪ ਵਾਲੇ ਆਦਿ ਵਿਆਧੀ ਉਪਾਧੀ ਇਹ ਤਾਪਾਂ ਤੋਂ ਪਰੇ ਹਨ, ਉਹਨਾਂ ਸਾਧ ਮਹਾਤਮਾ ਦੇ ਸੰਗੇ ਨਾਲ ਮਿਲ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸਗਲ ਸਮਗਰੀ ਜਾ ਕੈ ਸੂਤ ਪਰੋਈ, ਘਟ ਘਟ ਅੰਤਰ ਰਵਿਆ ਸੋਈ। ਸਾਰੀ ਸ੍ਰਿਸ਼ਟੀ ਰੂਪੀ ਸਮਗਰੀ ਜਿਸ ਪਰਮੇਸ਼ਰ ਦੇ ਹੁਕਮ ਰੂਪੀ ਸੂਤ ਤਾਗੇ ਵਿੱਚ ਪਰੋਤੀ ਹੋਈ ਹੈ, ਉਹੀ ਪਰਮੇਸ਼ਰ ਸਾਰਿਆਂ ਘਟਾਂ ਘਟਾਂ ਦੇ ਅੰਦਰ ਰਵਿਆ ਵਿਆਪਕ ਹੋ ਰਿਹਾ ਹੈ। ਓਪਤ ਪਰਲੋ ਖਿਨ ਮਹਿ ਕਰਤਾ, ਆਪ ਅਲੇਪਾ ਨਿਰਗੁਣ ਰਹਿਤਾ। ਉਹ ਪਰਮੇਸ਼ਰ ਇੱਕ ਛਿਨ ਭਾਵ ਅੱਖ ਦੇ ਖੋਲ੍ਹਣ ਮੀਚਣ ਦੇ ਸਮੇਂ ਵਿੱਚ ਜਗਤ ਦੀ ਉਤਪਤੀ ਅਤੇ ਪਰਲੋ ਲੈਤਾ ਕਰ ਲੈਂਦਾ ਹੈ। ਉਹ ਆਪ ਹੀ ਪਾਪਾਂ ਪੁੰਨਾਂ ਤੋਂ ਅਲੇਪਾ ਕਹੀਏ ਨਿਰਲੇਪ ਅਤੇ ਨਿਰਗੁਣ ਤਿੰਨਾਂ ਗੁਣਾਂ ਤੋਂ ਅਤੀਤ ਰਹਿੰਦਾ ਹੈ। ਆਪ ਨਿਰਗੁਣ ਸ਼ੁੱਧ ਬ੍ਰਹਮ ਮਾਇਕੀ ਰਚਨਾ ਵਿੱਚ ਨਿਰਲੇਪ ਰਹਿੰਦਾ ਹੈ। ਕਰਨ ਕਰਾਵਨ ਅੰਤਰ ਜਾਮੀ, ਆਨੰਦ ਕਰੈ ਨਾਨਕ ਕਾ ਸੁਆਮੀ। ਜੋ ਸੰਸਾਰ ਆਦਿਕ ਸਾਰੇ ਕਾਰਜਾਂ ਨੂੰ ਕਰਨ ਵਾਲਾ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਆਦਿ ਦੇਵਤਿਆਂ ਤੋਂ ਪ੍ਰੇਰ ਕੇ ਕਰਾਉਣ ਵਾਲਾ ਤੇ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸਾਡੇ ਜਨਾਂ ਦਾ ਸੁਆਮੀ ਮਾਲਕ ਪਰਮੇਸ਼ਰ ਆਪਣੇ ਭਗਤਾਂ ਨੂੰ ਆਪਣੇ ਸਰੂਪ ਦਾ ਆਨੰਦ ਦੇਣਾ ਕਰਦਾ ਹੈ। ਆਪ ਹੀ ਸਭ ਆਨੰਦ ਕਰ ਰਿਹਾ ਹੈ। ਆਸਾ ਮਹੱਲਾ ਪੰਜਵਾ। ਕੋਟ ਜਨਮ ਕੇ ਰਹੇ ਪਵਾਰੇ, ਦੁਲਭ ਦੇਹ ਜੀਤੀ ਨਹੀਂ ਹਾਰੇ। ਹੇ ਭਾਈ, ਗੁਰਮੁਖ ਜਨ ਕਰੋੜਾਂ ਜਨਮਾਂ ਦੇ ਪਵਾਰੇ ਹੁੰਦਾ ਭਰਮਣ ਤੋਂ ਰਹਿ ਗਏ ਹਨ। ਭਾਵ 84 ਲੱਖ ਜੂਨਾਂ ਦਾ ਚੱਕਰ ਉਹਨਾਂ ਦਾ ਨਿਵਰਤ ਹੋ ਗਿਆ। ਉਹਨਾਂ ਨੇ ਦੁਲਭ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੀ ਦੇਹ ਕਾਇਆ ਨਾਮ ਜਪ ਕੇ ਜਿੱਤ ਲਈ ਹੈ ਅਤੇ ਕਾਮ ਕ੍ਰੋਧ ਆਦਿ ਕੁਸੰਗਤ ਕਰਕੇ ਮਨੁੱਖਾ ਜਨਮ ਹਾਰਨਾ ਨਹੀਂ ਕੀਤਾ। ਕਿਲ ਬਿਖ ਬਿਨਾਸੇ ਦੁਖ ਦਰਦ ਦੂਰ, ਭਏ ਪੁਨੀਤ ਸੰਤਨ ਕੀ ਧੂਰ। ਰਹਾਉ ਸਾਰੇ ਬੱਜਰ ਪਾਪ ਬਿਨਾਸੇ ਦੂਰ ਹੋ ਗਏ। ਜੰਮਣ ਮਰਨ ਦਾ ਦੁੱਖ ਕਸ਼ਟ ਅਤੇ ਅਵਿਦਿਆ ਦੀ ਦਰਦ ਪੀੜਾ ਵੀ ਦੂਰ ਹੋ ਗਈ, ਨਾਸ਼ ਹੋ ਗਈ। ਸੰਤਨ ਕਹੀਏ ਮਹਾਂਪੁਰਖਾਂ ਦੀ ਚਰਨ ਧੂੜੀ ਪ੍ਰਾਪਤ ਕਰਕੇ ਪੁਨੀਤ ਕਹੀਏ ਪਵਿੱਤਰ ਤੋਂ ਪਵਿੱਤਰ ਹੋ ਗਏ ਹਾਂ। ਰਹਾਉ ਪ੍ਰਭ ਕੇ ਸੰਤ ਉਦਾਹਰਨ ਜੋਗ, ਤਿਸ ਭੇਟੇ ਜਿਸ ਧੁਰ ਸੰਜੋਗ। ਹੇ ਭਾਈ, ਪ੍ਰਭੂ ਪਰਮੇਸ਼ਰ ਦੇ ਪਿਆਰੇ ਸੰਤ ਮਹਾਤਮਾ ਜਨ ਸੰਸਾਰ ਤੋਂ ਉਧਾਰ ਕਰਨ ਦੇ ਯੋਗ ਲਾਇਕ ਹਨ, ਪਰੰਤੂ ਮਹਾਤਮਾ ਜਨ ਉਹਨਾਂ ਨੂੰ ਭੇਟੇ ਕੀਏ ਮਿਲਦੇ ਆ ਜਿਨ੍ਹਾਂ ਦੇ ਧੁਰੋਂ ਦਰਗਾਹੋਂ ਸੰਜੋਗ ਕਰਮ ਫਲ ਲਿਖਿਆ ਹੋਇਆ ਹੈ। ਮਨ ਆਨੰਦ ਮੰਤਰ ਗੁਰ ਦੀਆ, ਤ੍ਰਿਸ਼ਨ ਬੁਝੀ ਮਨ ਨਿਹਚਲ ਥੀਆ। ਹੇ ਭਾਈ, ਜਿਸ ਵੇਲੇ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਮੰਤਰ ਦੇਣਾ ਕੀਤਾ ਤਾਂ ਮਨ ਹਿਰਦੇ ਵਿੱਚੋਂ ਆਨੰਦ ਸੁਖ ਸਰੂਪ ਪ੍ਰਗਟ ਹੋ ਗਿਆ। ਅਰ ਰਸਾਂ ਕਸਾਂ ਜਾਂ ਬ੍ਰਹਮ ਲੋਕ ਦੇ ਭੋਗਾਂ ਤੱਕ ਦੀ ਸਾਰੀ ਤ੍ਰਿਸ਼ਨ ਪ੍ਰਾਪਤੀ ਦੀ ਇੱਛਾ ਪਿਆਸਾ ਬੁਝ ਗਈ ਅਤੇ ਮਨ ਹਿਰਦਾ ਨਿਹਚਲ ਅਚਲ ਹੋ ਗਿਆ। ਨਾਮ ਪਦਾਰਥ ਨੌ ਨਿਧ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਪਰਮੇਸ਼ਰ ਦਾ ਨਾਮ ਰੂਪੀ ਪਦਾਰਥ
9 ਨਿਧੀਆਂ ਤੇ 18 ਸਿੱਧੀਆਂ ਦੇਣ ਵਾਲਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬੁੱਧ ਅਕਲ ਪਾਉਣਾ ਕੀਤੀ ਹੈ। ਸਤਿਗੁਰਾਂ ਪਾਸੋਂ ਆਤਮਿਕ ਜੀਵਨ ਦੇਣ ਵਾਲੀ ਆਤਮਿਕ ਵਿਸ਼ੈਣੀ ਬੁੱਧ ਪਾਉਣਾ ਕੀਤੀ ਹੈ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।